ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ। ਲੇਖਕ ਡਾਕਟਰ ਜੋਸਫ ਮਰਫੀ। ਪੰਜਵੇਂ ਭਾਗ ਵਿੱਚ ਸੁਣੋ ਅਜੋਕੇ ਯੁੱਗ ਵਿੱਚ ਮਾਨਸਿਕ ਉਪਚਾਰ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਕਿਹੜੀ ਚੀਜ਼ ਹੈ ਜਿਹੜੀ ਉਪਚਾਰ ਕਰਦੀ ਹੈ? ਇਹ ਉਪਚਾਰਕ ਸ਼ਕਤੀ ਕਿੱਥੇ ਰਹਿੰਦੀ ਹੈ ਅਤੇ ਇਸ ਤੋਂ ਕਿਵੇਂ ਲਾਹਾ ਲਿਆ ਜਾ ਸਕਦਾ ਹੈ? ਇਹ ਸਾਰੇ ਸਵਾਲ ਸਾਡੇ ਲਈ ਬੜੇ ਅਹਿਮ ਹਨ। ਇਹਨਾਂ ਸਾਰਿਆਂ ਦਾ ਇੱਕੋ ਹੀ ਜਵਾਬ ਹੈ। ਉਪਚਾਰਕ ਸ਼ਕਤੀ ਹਰ ਵਿਅਕਤੀ ਦੇ ਅਵਚੇਤਨ ਮਨ ਵਿੱਚ ਵਾਸ ਕਰਦੀ ਹੈ ਅਤੇ ਰੋਗੀ ਦੇ ਬਦਲੇ ਹੋਏ ਮਾਨਸਿਕ ਨਜ਼ਰੀਏ ਨਾਲ ਇਹ ਸਰਗਰਮ ਹੋ ਜਾਂਦੀ ਹੈ। ਕਿਸੇ ਵੀ ਮਾਨਸਿਕ ਜਾਂ ਧਾਰਮਿਕ, ਵਿਗਿਆਨਕ, ਉਪਚਾਰਕ, ਮਨੋਵਿਗਿਆਨੀ, ਮਨੋਚਿਕਿਤਸਕ ਜਾਂ ਡਾਕਟਰ ਨੇ ਕਦੇ ਵੀ ਕਿਸੇ ਮਰੀਜ਼ ਨੂੰ ਠੀਕ ਨਹੀਂ ਕੀਤਾ ਹੈ। ਇੱਕ ਪੁਰਾਣਾ ਅਖਾਣ ਹੈ, ਡਾਕਟਰ ਸੱਟ 'ਤੇ ਪੱਟੀ ਬੰਨ੍ਹਦਾ, ਰੱਬ ਉਸ ਨੂੰ ਠੀਕ ਕਰਦਾ ਹੈ। ਮਨੋਵਿਗਿਆਨੀ ਜਾਂ ਮਨੋਚਿਕਿਤਸਕ ਮਰੀਜ਼ ਦੇ ਮਾਨਸਿਕ ਅੜਿੱਕੇ ਨੂੰ ਹਟਾ ਕੇ ਪ੍ਰਭਾਵੀ ਪਰਿਵਰਤਨ ਲਿਆਉਂਦੇ ਹਨ ਤਾਂ ਕਿ ਉਪਚਾਰਕ ਸਿਧਾਂਤ ਸਰਗਰਮ ਹੋ ਸਕੇ ਅਤੇ ਰੋਗੀ ਮੁੜ ਕੇ ਸਿਹਤਮੰਦ ਹੋ ਸਕੇ। ਇਸੇ ਤਰ੍ਹਾਂ ਸਰਜਨ ਸਰੀਰਕ ਰੁਕਾਵਟ ਨੂੰ ਹਟਾਉਂਦਾ ਹੈ ਤਾਂ ਜੋ ਉਪਚਾਰਕ ਪ੍ਰਵਾਹ ਆਮ ਢੰਗ ਨਾਲ ਕੰਮ ਕਰ ਸਕੇ। ਕੋਈ ਵੀ ਡਾਕਟਰ, ਸਰਜਨ ਜਾਂ ਮਾਨਸਿਕ ਵਿਗਿਆਨ ਦਾ ਪ੍ਰਯੋਗ ਕਰਨ ਵਾਲਾ ਪੂਰੀ ਤਰ੍ਹਾਂ ਨਾਲ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਨੇ ਮਰੀਜ਼ ਨੂੰ ਠੀਕ ਕਰ ਦਿੱਤਾ। ਉਪਚਾਰਕ ਸ਼ਕਤੀ ਇੱਕੋ ਹੀ ਹੈ, ਹਾਲਾਂਕਿ ਇਸ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਪ੍ਰਕਿਰਤੀ, ਜੀਵਨ, ਈਸ਼ਵਰ, ਰਚਨਾਤਮਕ ਗਿਆਨ। ਲੇਕਿਨ ਵਾਸਤਵਿਕਤਾ ਵਿੱਚ ਇਹ ਸਾਰੇ ਅਵਚੇਤਨ ਸ਼ਕਤੀ ਵੱਲ ਇਸ਼ਾਰਾ ਕਰਨ ਦੇ ਭਿੰਨ ਭਿੰਨ ਤਰੀਕੇ ਹਨ। ਜਿਵੇਂ ਕਿ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਅਸੀਂ ਆਪਣੇ ਵਿੱਚ ਮੌਜੂਦ ਉਪਚਾਰਕ ਜੀਵਨ ਸਿਧਾਂਤ ਦੇ ਪ੍ਰਵਾਹ ਦੇ ਮਾਨਸਿਕ, ਭਾਵਨਾਤਮਕ ਤੇ ਸਰੀਰਕ ਰੁਕਾਵਟਾਂ ਨੂੰ ਕਈ ਤਰੀਕਿਆਂ ਨਾਲ ਹਟਾ ਸਕਦੇ ਹਾਂ। ਤੁਹਾਡੇ ਅਵਚੇਤਨ ਮਨ ਵਿੱਚ ਰਹਿਣ ਵਾਲਾ ਇਹ ਉਪਚਾਰਕ ਸਿਧਾਂਤ ਤੁਹਾਨੂੰ ਸਾਰਿਆਂ ਮਾਨਸਿਕ ਤੇ ਸਰੀਰਕ ਰੋਗਾਂ ਤੋਂ ਮੁਕਤ ਕਰ ਸਕਦਾ ਹੈ ਅਤੇ ਕਰੇਗਾ, ਬਸ਼ਰਤ ਤੁਸੀਂ ਜਾਂ ਕੋਈ ਦੂਜਾ ਵਿਅਕਤੀ ਇਸ ਨੂੰ ਸਹੀ ਦਿਸ਼ਾ ਦਿਓ। ਇਹ ਉਪਚਾਰਕ ਸਿਧਾਂਤ ਸਾਰੇ ਲੋਕਾਂ ਵਿੱਚ ਕੰਮ ਕਰਦਾ ਹੈ, ਭਲੇ ਹੀ ਉਹਨਾਂ ਦਾ ਪੰਥ, ਰੰਗ ਜਾਂ ਜਾਤ ਕੋਈ ਹੋਵੇ। ਇਸ ਦਾ ਪ੍ਰਯੋਗ ਕਰਨ ਅਤੇ ਇਸ ਉਪਚਾਰਕ ਪ੍ਰਕਿਰਿਆ ਦਾ ਲਾਹਾ ਲੈਣ ਲਈ ਤੁਹਾਨੂੰ ਕਿਸੇ ਵਿਸ਼ੇਸ਼ ਚਰਚ ਦਾ ਮੈਂਬਰ ਬਣਨ ਦੀ ਲੋੜ ਨਹੀਂ ਹੈ। ਤੁਹਾਡਾ ਅਵਚੇਤਨ ਤੁਹਾਡੇ ਹੱਥ ਦੇ ਸੜੇ ਹੋਏ ਜਾਂ ਕੱਟੇ ਹੋਏ ਹਿੱਸੇ ਨੂੰ ਠੀਕ ਕਰ ਦੇਵੇਗਾ, ਭਲੇ ਹੀ ਤੁਸੀਂ ਨਾਸਤਿਕ ਜਾਂ ਸ਼ੰਕਾਵਾਦੀ ਹੋਵੋ। ਅਜੋਕੀ ਮਾਨਸਿਕ ਚਿਕਿਤਸਾ ਇਸ ਸੱਚਾਈ 'ਤੇ ਆਧਾਰਿਤ ਹੈ ਕਿ ਜਿਵੇਂ ਦੀ ਤੁਹਾਡੀ ਆਸਥਾ ਹੋਵੇਗੀ, ਤੁਹਾਡੇ ਅਵਚੇਤਨ ਮਨ ਦੀ ਅਸੀਮ ਬੁੱਧੀਮੱਤਾ ਅਤੇ ਸ਼ਕਤੀ ਦੀ ਪ੍ਰਤੀਕਿਰਿਆ ਉਂਝ ਹੀ ਹੋਵੇਗੀ। ਮਾਨਸਿਕ ਵਿਗਿਆਨ ਦਾ ਪ੍ਰਯੋਗ ਕਰਨ ਵਾਲੇ ਜਾਂ ਪਾਦਰੀ ਬਾਈਬਲ ਦੇ ਆਦੇਸ਼ ਦਾ ਪਾਲਣ ਕਰਦੇ ਹਨ, ਯਾਨੀ ਉਹ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲੈਂਦੇ ਹਨ, ਜਿਸ ਦਾ ਭਾਵ ਹੈ ਕਿ ਉਹ ਆਪਣੇ ਮਸਤਿਸ਼ਕ ਨੂੰ ਸਥਿਰ ਕਰ ਲੈਂਦੇ ਹਨ, ਸ਼ਿਥਲ ਕਰ ਲੈਂਦੇ ਹਨ ਅਤੇ ਅਸੀਮ ਉਪਚਾਰਕ ਸ਼ਕਤੀ ਦੇ ਬਾਰੇ ਸੋਚਣ ਲੱਗਦੇ ਹਨ। ਆਪਣੇ ਅੰਦਰ ਮੌਜੂਦ ਉਹ ਆਪਣੇ ਮਸਤਿਸ਼ਕ ਦਾ ਦੁਆਰ ਸਾਰੇ ਬਾਹਰੀ ਅੜਚਨਾਂ ਅਤੇ ਵਸਤਾਂ ਲਈ ਬੰਦ ਕਰ ਲੈਂਦੇ ਹਨ। ਫਿਰ ਉਹ ਆਪਣਾ ਨਿਵੇਦਨ ਜਾਂ ਇੱਛਾ ਆਪਣੇ ਅਵਚੇਤਨ ਮਨ ਨੂੰ ਇਸ ਵਿਸ਼ਵਾਸ ਨਾਲ ਦੱਸਦੇ ਹਨ ਕਿ ਉਹਨਾਂ ਦੇ ਮਸਤਿਸ਼ਕ ਦਾ ਗਿਆਨ ਉਹਨਾਂ ਨੂੰ ਸਹੀ ਜਵਾਬ ਦੇਵੇਗਾ। ਜਾਣਨ ਦੀ ਸਭ ਤੋਂ ਅਦਭੁਤ ਗੱਲ ਇਹ ਹੈ, ਇੱਛਤ ਨਤੀਜੇ ਦੀ ਕਲਪਨਾ ਕਰੋ ਅਤੇ ਇਸ ਦੀ ਵਾਸਤਵਿਕਤਾ ਨੂੰ ਮਹਿਸੂਸ ਕਰੋ। ਅਸੀਮ ਜੀਵਨ ਸਿਧਾਂਤ ਤੁਹਾਡੀ ਚੇਤਨ ਚੋਣ ਅਤੇ ਤੁਹਾਡੇ ਚੇਤਨ ਨਿਵੇਦਨ ਉੱਤੇ ਪ੍ਰਤੀਕਿਰਿਆ ਕਰੇਗਾ। ਇਹੀ ਇਸ ਵਾਕ ਦਾ ਅਰਥ ਹੈ ਕਿ ਵਿਸ਼ਵਾਸ ਰੱਖੋ ਕਿ ਤੁਹਾਨੂੰ ਮਿਲ ਗਿਆ ਹੈ ਅਤੇ ਤੁਹਾਨੂੰ ਮਿਲ ਜਾਵੇਗਾ। ਪ੍ਰਾਰਥਨਾ ਚਿਕਿਤਸਾ ਦਾ ਪ੍ਰਯੋਗ ਕਰਦੇ ਸਮੇਂ ਅਜੋਕੀ ਮਾਨਸਿਕ ਵਿਗਿਆਨਕ ਇਹੀ ਕੰਮ ਕਰਦਾ ਹੈ। ਉਪਚਾਰ ਦੀ ਇੱਕ ਪ੍ਰਕਿਰਿਆ। ਦੁਨੀਆ ਦੀ ਹਰ ਚੀਜ਼ ਵਿੱਚ ਸਿਰਫ ਇੱਕੋ ਹੀ ਸਦੀਵੀ ਉਪਚਾਰਕ ਸਿਧਾਂਤ ਕੰਮ ਕਰ ਰਿਹਾ ਹੈ, ਭਾਵੇਂ ਉਹ ਬਿੱਲੀ, ਕੁੱਤਾ, ਦਰਖਤ, ਘਾਹ, ਹਵਾ, ਧਰਤੀ ਹੋਵੇ, ਕਿਉਂਕਿ ਹਰ ਚੀਜ਼ ਸੰਜੀਵ ਹੈ। ਇਹ ਜੀਵਨ ਸਿਧਾਂਤ ਪ੍ਰਾਣੀ, ਬਨਸਪਤ ਤੇ ਖਣਿਜ ਸਾਮਰਾਜਾਂ ਵਿੱਚ ਸਹਿਜ ਬੋਧ ਅਤੇ ਵਿਕਾਸ ਦੇ ਨਿਯਮਰ ਤੌਰ 'ਤੇ ਕੰਮ ਕਰਦਾ ਹੈ। ਕਿਉਂਕਿ ਮਨੁੱਖ ਇਸ ਜੀਵਨ ਸਿਧਾਂਤ ਬਾਰੇ ਚੇਤਨ ਤੌਰ 'ਤੇ ਜਾਗਰੂਕ ਹੁੰਦਾ ਹੈ, ਇਸ ਲਈ ਅਸੀਂ ਆਪਣੇ ਆਪ ਨੂੰ ਅਣਗਿਣਤ ਤਰੀਕਿਆਂ ਨਾਲ ਲਾਹਾ ਪਹੁੰਚਾਉਣ ਲਈ
ਇਸ ਦਾ ਸੁਚੇਤਨ ਪ੍ਰਯੋਗ ਕਰ ਸਕਦੇ ਹਾਂ। ਇਸ ਸਦੀਵੀ ਸਿਧਾਂਤ ਦਾ ਪ੍ਰਯੋਗ ਕਰਨ ਦੇ ਕਈ ਭਿੰਨ ਤਰੀਕੇ, ਤਕਨੀਕਾਂ ਅਤੇ ਵਿਧੀਆਂ ਹਨ, ਲੇਕਿਨ ਉਪਚਾਰ ਦੀ ਸਿਰਫ ਇੱਕੋ ਹੀ ਪ੍ਰਕਿਰਿਆ ਹੈ, ਉਹ ਹੈ ਆਸਥਾ, ਕਿਉਂਕਿ ਤੁਹਾਡੀ ਆਸਥਾ ਦੇ ਅਨੁਰੂਪ ਹੀ ਤੁਹਾਨੂੰ ਨਤੀਜਾ ਮਿਲੇਗਾ। ਵਿਸ਼ਵਾਸ ਦਾ ਨਿਯਮ। ਦੁਨੀਆ ਦੇ ਸਾਰੇ ਧਰਮ ਵਿਸ਼ਵਾਸ ਦੇ ਰੂਪ ਹਨ ਅਤੇ ਵਿਸ਼ਵਾਸ ਕਈ ਤਰੀਕਿਆਂ ਨਾਲ ਸਪਸ਼ਟ ਕੀਤਾ ਜਾਂਦਾ ਹੈ। ਜੀਵਨ ਦਾ ਨਿਯਮ ਵਿਸ਼ਵਾਸ ਹੈ। ਆਪਣੇ ਜੀਵਨ ਤੇ ਬ੍ਰਹਿਮੰਡ ਬਾਰੇ ਤੁਹਾਡਾ ਕੀ ਵਿਸ਼ਵਾਸ ਹੈ? ਜਿਵੇਂ ਤੁਹਾਨੂੰ ਵਿਸ਼ਵਾਸ ਹੋਵੇਗਾ, ਉਂਝ ਹੀ ਤੁਹਾਨੂੰ ਮਿਲੇਗਾ। ਵਿਸ਼ਵਾਸ ਤੁਹਾਡੇ ਮਸਤਿਸ਼ਕ ਦਾ ਇੱਕ ਵਿਚਾਰ ਹੈ, ਜਿਸ ਕਾਰਨ ਅਵਚੇਤਨ ਦੀ ਸ਼ਕਤੀ ਅਦਾਤਨ ਸੋਚ ਅਨੁਸਾਰ ਜੀਵਨ ਦੇ ਸਾਰੇ ਖੇਤਰਾਂ ਵਿੱਚ ਉਕਰਦੀ ਹੈ। ਤੁਹਾਨੂੰ ਅਹਿਸਾਸ ਕਰਨਾ ਚਾਹੀਦਾ ਹੈ ਕਿ ਜਦ ਬਾਈਬਲ ਆਸਥਾ ਦਾ ਜ਼ਿਕਰ ਕਰਦੀ ਹੈ ਤਾਂ ਇਹ ਕਿਸੇ ਕਰਮਕਾਂਡ, ਸਮਾਗਮ, ਰੂਪ, ਸੰਸਥਾ ਜਾਂ ਫਾਰਮੂਲੇ ਵਿੱਚ ਵਿਸ਼ਵਾਸ ਬਾਰੇ ਵਿੱਚ ਨਹੀਂ ਬੋਲਦੀ। ਇਹ ਤਾਂ ਆਪਣੇ ਵਿਸ਼ਵਾਸ ਬਾਰੇ ਬੋਲ ਰਹੀ ਹੈ। ਤੁਹਾਡੇ ਮਸਤਿਸ਼ਕ ਦਾ ਵਿਸ਼ਵਾਸ ਤੁਹਾਡੇ ਮਸਤਿਸ਼ਕ ਦਾ ਵਿਚਾਰ ਹੈ। ਜੇਕਰ ਤੁਸੀਂ ਵਿਸ਼ਵਾਸ ਕਰੋ ਤਾਂ ਉਸ ਦੇ ਲਈ ਹਰ ਚੀਜ਼ ਸੰਭਵ ਹੈ ਜਿਹੜਾ ਵਿਸ਼ਵਾਸ ਕਰਦਾ ਹੈ। ਕਿਸੇ ਇਹੋ ਜਿਹੀ ਚੀਜ਼ ਵਿੱਚ ਵਿਸ਼ਵਾਸ ਕਰਨਾ ਮੂਰਖਤਾ ਹੈ ਜਿਹੜੀ ਸੱਟ ਜਾਂ ਨੁਕਸਾਨ ਪਹੁੰਚਾਏ। ਯਾਦ ਰੱਖੋ, ਜਿਸ ਚੀਜ਼ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ ਉਹ ਤੁਹਾਨੂੰ ਨੁਕਸਾਨ ਜਾਂ ਸੱਟ ਨਹੀਂ ਪਹੁੰਚਾਉਂਦੀ। ਇਹ ਤਾਂ ਤੁਹਾਡੇ ਮਸਤਿਸ਼ਕ ਦਾ ਵਿਸ਼ਵਾਸ ਜਾਂ ਵਿਚਾਰ ਹੈ ਜਿਹੜਾ ਨਤੀਜਾ ਉਤਪੰਨ ਕਰਦਾ ਹੈ। ਤੁਹਾਡੇ ਸਾਰੇ ਅਨੁਭਵ, ਸਾਰੇ ਕਾਰਜ ਜਾਂ ਜੀਵਨ ਦੀਆਂ ਸਾਰੀਆਂ ਘਟਨਾਵਾਂ ਅਤੇ ਪਰਿਸਥਿਤੀਆਂ ਤੁਹਾਡੇ ਹੀ ਵਿਚਾਰਾਂ ਦੀ ਪ੍ਰਤੀਕਿਰਿਆਵਾਂ ਅਤੇ ਪਰਛਾਵੇਂ ਹਨ। ਪ੍ਰਾਰਥਨਾ ਚਿਕਿਤਸਾ ਚੇਤਨ ਅਤੇ ਅਵਚੇਤਨ ਮਨ ਦਾ ਸੰਯੁਕਤ ਕਾਰਜ ਹੈ, ਜਿਸ ਨੂੰ ਵਿਗਿਆਨਕ ਤਰੀਕਿਆਂ ਨਾਲ ਨਿਰਦੇਸ਼ਿਤ ਕੀਤਾ ਜਾਂਦਾ ਹੈ। ਪ੍ਰਾਰਥਨਾ ਚਿਕਿਤਸਾ ਪ੍ਰੇਅਰ ਥੈਰੇਪੀ ਮਸਤਿਸ਼ਕ ਦੇ ਚੇਤਨ ਅਤੇ ਅਚੇਤਨ ਸਤਰਾਂ ਦਾ ਕ੍ਰਮਬੱਧ, ਇਕਸੁਰਤਾ ਅਤੇ ਬੁੱਧੀਮੱਤਾ ਪੂਰਨ ਕਾਰਜ ਹੈ, ਜਿਸ ਨੂੰ ਕਿਸੇ ਨਿਸ਼ਚਿਤ ਉਦੇਸ਼ ਲਈ ਵਿਸ਼ੇਸ਼ ਤੌਰ ਉੱਤੇ ਨਿਰਦੇਸ਼ਿਤ ਕੀਤਾ ਜਾਂਦਾ ਹੈ। ਵਿਗਿਆਨਕ ਪ੍ਰਾਰਥਨਾ ਜਾਂ ਪ੍ਰਾਰਥਨਾ ਚਿਕਿਤਸਾ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਕਿਉਂ ਕਰ ਰਹੇ ਹੋ। ਤੁਸੀਂ ਉਪਚਾਰ ਦੇ ਨਿਯਮ ਵਿੱਚ ਵਿਸ਼ਵਾਸ ਕਰਦੇ ਹੋ। ਪ੍ਰਾਰਥਨਾ ਚਿਕਿਤਸਾ ਨੂੰ ਕਈ ਵਾਰ ਮਾਨਸਿਕ ਉਪਚਾਰ ਜਾਂ ਵਿਗਿਆਨਕ ਪ੍ਰਾਰਥਨਾ ਵੀ ਕਿਹਾ ਜਾਂਦਾ ਹੈ। ਪ੍ਰਾਰਥਨਾ ਚਿਕਿਤਸਾ ਵਿੱਚ ਤੁਸੀਂ ਕਿਸੇ ਨਿਸ਼ਚਿਤ ਵਿਚਾਰ, ਮਾਨਸਿਕ ਤਸਵੀਰ ਜਾਂ ਯੋਜਨਾ ਨੂੰ ਚੁਣਦੇ ਹੋ ਜਿਸ ਨੂੰ ਤੁਸੀਂ ਅਨੁਭਵ ਕਰਨਾ ਚਾਹੁੰਦੇ ਹੋ। ਤੁਸੀਂ ਇਸ ਵਿਚਾਰ ਜਾਂ ਮਾਨਸਿਕ ਤਸਵੀਰ ਨੂੰ ਆਪਣੇ ਅਵਚੇਤਨ ਤੱਕ ਪਹੁੰਚਾ ਦਿੰਦੇ ਹੋ ਅਤੇ ਕਾਲਪਨਿਕ ਅਵਸਥਾ ਦੀ ਵਾਸਤਵਿਕਤਾ ਅਨੁਭਵ ਕਰਦੇ ਹੋ। ਜਦ ਤੁਸੀਂ ਆਪਣੇ ਮਾਨਸਿਕ ਨਜ਼ਰੀਏ ਵਿੱਚ ਪੂਰਨ ਆਸਥਾ ਰੱਖੋਗੇ ਤਾਂ ਤੁਹਾਨੂੰ ਆਪਣੀ ਪ੍ਰਾਰਥਨਾ ਦਾ ਜਵਾਬ ਮਿਲ ਜਾਵੇਗਾ। ਪ੍ਰਾਰਥਨਾ ਚਿਕਿਤਸਾ ਕਿਸੇ ਵਿਸ਼ੇਸ਼ ਉਦੇਸ਼ ਲਈ ਮਾਨਸਿਕ ਕਰਮ ਹੈ। ਮੰਨ ਲਓ ਤੁਸੀਂ ਪ੍ਰਾਰਥਨਾ ਚਿਕਿਤਸਾ ਤੋਂ ਕਿਸੇ ਸਮੱਸਿਆ ਦੇ ਉਪਚਾਰ ਦਾ ਫੈਸਲਾ ਕਰਦੇ ਹੋ। ਤੁਸੀਂ ਜਾਣਦੇ ਹੋ ਕਿ ਤੁਹਾਡੀ ਸਮੱਸਿਆ ਜਾਂ ਬਿਮਾਰੀ, ਭਾਵੇਂ ਉਹ ਜਿਹੜੀ ਵੀ ਹੋਵੇ, ਤੁਹਾਡੇ ਅਵਚੇਤਨ ਮਨ ਵਿੱਚ ਰਹਿਣ ਵਾਲੇ ਡਰਾਉਣੇ ਨਕਾਰਾਤਮਕ ਵਿਚਾਰਾਂ ਕਾਰਨ ਉਤਪੰਨ ਹੋਈ ਹੈ। ਤੁਹਾਨੂੰ ਅਹਿਸਾਸ ਹੈ ਜੇਕਰ ਤੁਸੀਂ ਆਪਣੇ ਮਸਤਿਸ਼ਕ ਤੋਂ ਇਹਨਾਂ ਵਿਚਾਰਾਂ ਦੀ ਸਫਾਈ ਕਰਦੇ ਹੋ ਤਾਂ ਤੁਸੀਂ ਠੀਕ ਹੋ ਜਾਵੋਗੇ। ਇਸ ਲਈ ਤੁਸੀਂ ਆਪਣੇ ਅਵਚੇਤਨ ਮਨ ਦੀ ਉਪਚਾਰਕ ਸ਼ਕਤੀ ਵੱਲ ਮੁੜਦੇ ਹੋ। ਤੁਸੀਂ ਆਪ ਨੂੰ ਇਸ ਦੀ ਅਨੰਤ ਸ਼ਕਤੀ ਅਤੇ ਬੁੱਧੀਮੱਤਾ ਦੀ ਯਾਦ ਦਿਵਾਉਂਦੇ ਹੋ। ਤੁਸੀਂ ਆਪਣੇ ਆਪ ਨੂੰ ਇਹ ਵੀ ਯਾਦ ਦਿਵਾਉਂਦੇ ਹੋ ਕਿ ਇਹ ਹਰ ਬਿਮਾਰੀ ਦਾ ਉਪਚਾਰ ਕਰਨ ਵਿੱਚ ਸਮਰੱਥ ਹੈ। ਜਦੋਂ ਤੁਸੀਂ ਇਹਨਾਂ ਸੱਚਾਈਆਂ ਉੱਤੇ ਲਗਾਤਾਰ ਸੋਚਦੇ ਹੋ ਤਾਂ ਤੁਹਾਡਾ ਡਰ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਇਹਨਾਂ ਸੱਚਾਈਆਂ ਦੀ ਯਾਦ ਗਲਤ ਵਿਸ਼ਵਾਸਾਂ ਨਾਲ ਜੂਝਦੀਆਂ ਹਨ ਅਤੇ ਅੰਤ ਵਿੱਚ ਉਹਨਾਂ ਨੂੰ ਹਰਾ ਵੀ ਦਿੰਦੀਆਂ ਹਨ। ਤੁਸੀਂ ਉਸ ਉਪਚਾਰ ਲਈ ਧੰਨਵਾਦ ਦਿੰਦੇ ਹੋ ਜਿਹੜਾ ਤੁਸੀਂ ਜਾਣਦੇ ਹੋ ਕਿ ਜ਼ਰੂਰ ਹੋਵੇਗਾ। ਫਿਰ ਤੁਸੀਂ ਆਪਣੇ ਮਸਤਿਸ਼ਕ ਨੂੰ ਉਸ ਸਮੱਸਿਆ ਤੋਂ ਤਦੋਂ ਤੱਕ ਦੂਰ ਰੱਖਦੇ ਹੋ ਜਦੋਂ ਤੱਕ ਕਿ ਕੋਈ ਸਮਾਂ ਬਾਅਦ ਤੁਹਾਡੇ ਮਨ ਵਿੱਚ ਦੁਬਾਰਾ ਪ੍ਰਾਰਥਨਾ ਕਰਨ ਦੀ ਇੱਛਾ ਪ੍ਰਬਲਤਾ ਨਾਲ ਮਹਿਸੂਸ ਨਹੀਂ ਹੁੰਦੀ। ਪ੍ਰਾਰਥਨਾ ਕਰਦੇ ਸਮੇਂ ਤੁਸੀਂ ਨਕਾਰਾਤਮਕ ਸਥਿਤੀਆਂ ਨੂੰ ਭੋਰਾ ਜਿਹੀ ਵੀ ਸ਼ਕਤੀ ਨਹੀਂ ਦਿੰਦੇ ਜਾਂ ਪਲ ਭਰ ਲਈ ਵੀ ਇਹ ਨਹੀਂ ਸੋਚਦੇ ਕਿ ਉਪਚਾਰ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਮਾਨਸਿਕ ਨਜ਼ਰੀਏ ਤੋਂ ਚੇਤਨ ਅਤੇ ਅਵਚੇਤਨ ਮਨ ਦਾ ਇੱਕ ਸੁਰਤਾ ਵਾਲਾ ਤਾਲਮੇਲ ਬਣਦਾ ਹੈ।
ਜਿਹੜਾ ਉਪਚਾਰਕ ਸ਼ਕਤੀ ਨੂੰ ਸਰਗਰਮ ਕਰ ਦਿੰਦਾ ਹੈ। ਆਸਥਾ ਉਪਚਾਰ ਦਾ ਕੀ ਮਤਲਬ ਹੈ ਤੇ ਅੰਨੀ ਆਸਥਾ ਕਿਵੇਂ ਕੰਮ ਕਰਦੀ ਹੈ? ਜਿਸ ਨੂੰ ਲੋਕ ਆਸਥਾ ਉਪਚਾਰ ਦੇ ਨਾਮ ਨਾਲ ਜਾਣਦੇ ਹਨ, ਉਹ ਦਰਅਸਲ ਬਾਈਬਲ ਵਿੱਚ ਦੱਸੀ ਗਈ ਆਸਥਾ ਨਹੀਂ ਹੈ, ਜਿਸ ਦਾ ਮਤਲਬ ਚੇਤਨ ਅਤੇ ਅਵਚੇਤਨ ਮਨ ਦੇ ਆਪਸੀ ਸੰਬੰਧਾਂ ਦਾ ਗਿਆਨ ਹੋਣਾ ਹੈ। ਆਸਥਾ ਉਪਚਾਰਕ ਉਹ ਵਿਅਕਤੀ ਹੁੰਦਾ ਹੈ ਜਿਹੜਾ ਉਪਚਾਰ ਵਿੱਚ ਸ਼ਾਮਲ ਸ਼ਕਤੀਆਂ ਦੀ ਵਿਗਿਆਨਕ ਸਮਝ ਤੋਂ ਬਿਨਾਂ ਉਪਚਾਰ ਕਰਦਾ ਹੈ। ਹੋ ਸਕਦਾ ਹੈ ਕਿ ਇਹ ਉਪਚਾਰ ਦੀ ਵਿਸ਼ੇਸ਼ ਅਰਥਤਾ ਦਾ ਦਾਅਵਾ ਕਰੇ ਅਤੇ ਉਸ ਵਿੱਚੋਂ ਜਾਂ ਉਸ ਦੀਆਂ ਸ਼ਕਤੀਆਂ ਵਿੱਚੋਂ ਰੋਗੀ ਦੀ ਅੰਨੀ ਆਸਥਾ ਉਸ ਨੂੰ ਠੀਕ ਕਰ ਦੇਵੇ। ਦੁਨੀਆ ਦੇ ਕਈ ਹਿੱਸਿਆਂ ਵਿੱਚ ਰਵਾਇਤੀ ਉਪਚਾਰਕ ਆਪਣੇ ਰੋਗੀਆਂ ਨੂੰ ਨੱਚਣ, ਮੰਤਰਾਂ ਅਤੇ ਆਤਮਾਵਾਂ ਨੂੰ ਸੱਦ ਕੇ ਠੀਕ ਕਰਦੇ ਹਨ। ਹੋ ਸਕਦਾ ਹੈ ਕੋਈ ਵਿਅਕਤੀ ਕਿਸੇ ਸੰਤ ਦੇ ਸਮ੍ਰਿਤੀ ਚਿੰਨ੍ਹ ਨੂੰ ਛੂਹ ਕੇ, ਖਾਸ ਗੰਢਾਂ ਬੰਨ੍ਹ ਕੇ, ਅਗਰਬੱਤੀ ਜਾਂ ਧੂਪ ਧੁਖਾ ਕੇ ਜਾਂ ਵਿਸ਼ੇਸ਼ ਜੜੀਆਂ ਦੇ ਕਾੜ੍ਹੇ ਨੂੰ ਪੀ ਕੇ ਸਿਹਤਮੰਦ ਹੋ ਗਿਆ ਹੋਵੇ। ਜਿਹੜੀ ਵੀ ਚੀਜ਼ ਰੋਗੀ ਨੂੰ ਉਸ ਤਰੀਕੇ ਜਾਂ ਪ੍ਰਕਿਰਿਆ ਵਿੱਚ ਸੱਚਾ ਵਿਸ਼ਵਾਸ ਦਿਵਾਏਗੀ, ਉਹ ਉਪਚਾਰ ਨੂੰ ਉਨੀ ਵਧੀਕ ਸੰਭਵ ਬਣਾ ਦੇਵੇਗੀ। ਜਿਹੜੀ ਵੀ ਚੀਜ਼ ਤੁਹਾਨੂੰ ਡਰ, ਚਿੰਤਾ ਤੋਂ ਹਟਾ ਕੇ ਆਸਾ ਅਤੇ ਆਸ ਵੱਲ ਲੈ ਜਾਵੇਗੀ, ਤੁਹਾਡਾ ਇਲਾਜ ਕਰ ਦੇਵੇਗੀ। ਕਈ ਲੋਕ ਦਾਅਵਾ ਕਰਦੇ ਹਨ ਕਿਉਂਕਿ ਉਹਨਾਂ ਦੇ ਸਿਧਾਂਤ ਨਤੀਜੇ ਦਿੰਦੇ ਹਨ, ਇਸ ਲਈ ਉਹ ਸਹੀ ਤੇ ਸੱਚੇ ਹਨ। ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਇਹ ਸੱਚ ਨਹੀਂ ਹੋ ਸਕਦਾ। ਅੰਨੀ ਆਸਥਾ ਕਿਵੇਂ ਕੰਮ ਕਰਦੀ ਹੈ? ਇਸ ਦੇ ਲਈ ਸਵਿਸ ਉਪਚਾਰਕ ਫ੍ਰੈਂਚ ਐਂਟਨ ਮੈਸਮਰ ਬਾਰੇ ਸੋਚੋ, ਜਿਨ੍ਹਾਂ ਦਾ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ। 1976 ਵਿੱਚ ਉਹਨਾਂ ਨੇ ਆਪਣੇ ਮਰੀਜ਼ਾਂ ਦੇ ਸਰੀਰ ਤੋਂ ਚੁੰਬਕ ਛੂਹ ਕੇ ਇਲਾਜ ਕਰਨ ਦਾ ਦਾਅਵਾ ਕੀਤਾ ਸੀ। ਬਾਅਦ ਵਿੱਚ ਉਹਨਾਂ ਨੇ ਚੁੰਬਕ ਛੱਡ ਕੇ ਮਰੀਜ਼ ਤੋਂ ਕੁਝ ਦੂਰੀ ਉੱਤੇ ਆਪਣੇ ਹੱਥ ਘੁਮਾ ਕੇ ਇਲਾਜ ਕੀਤਾ। ਇਹ ਤਰੀਕਾ ਵੀ ਕਾਰਗਰ ਹੋਇਆ। ਇਸ ਨਵੀਂ ਤਕਨੀਕ ਦੀ ਸਫਲਤਾ ਨੂੰ ਸਮਝਣ ਲਈ ਮੈਸਮਰ ਨੇ ਪ੍ਰਾਣੀ ਚੁੰਬਕਤਾ ਦਾ ਸਿਧਾਂਤ ਦਿੱਤਾ। ਉਹਨਾਂ ਦਾ ਮੰਨਣਾ ਹੈ ਕਿ ਇਹ ਦਰਵ ਉਂਝ ਤਾਂ ਸਾਰੇ ਬ੍ਰਹਿਮੰਡ ਵਿੱਚ ਫੈਲਿਆ ਹੈ, ਲੇਕਿਨ ਇਨਸਾਨ ਦੇ ਸਰੀਰ ਵਿੱਚ ਸਭ ਤੋਂ ਜ਼ਿਆਦਾ ਸਰਗਰਮ ਹੈ। ਉਹਨਾਂ ਦਾ ਦਾਅਵਾ ਸੀ ਕਿ ਇਹ ਚੁੰਬਕੀ ਦਰਵ ਉਹਨਾਂ ਦੇ ਹੱਥਾਂ ਤੋਂ ਬਿਮਾਰ ਸਰੀਰ ਵੱਲ ਭੇਜਦਾ ਹੈ ਅਤੇ ਪ੍ਰਾਣੀ ਚੁੰਬਕਤਾ ਦਾ ਇਹ ਤਬਾਦਲਾ ਉਹਨਾਂ ਦਾ ਉਪਚਾਰ ਕਰ ਦਿੰਦਾ ਹੈ। ਇਸ ਤੋਂ ਬਾਅਦ ਹਜ਼ਾਰਾਂ ਲੱਖਾਂ ਲੋਕ ਉਹਨਾਂ ਦੇ ਕੋਲ ਆਉਣ ਲੱਗੇ ਅਤੇ ਕਈ ਅਦਭੁਤ ਉਪਚਾਰਾਂ ਦਾ ਦਾਅਵਾ ਕੀਤਾ ਗਿਆ। ਮੈਸਮਰ ਪੈਰਿਸ ਆ ਗਏ। ਉੱਥੋਂ ਦੀ ਸਰਕਾਰ ਨੇ ਉਹਨਾਂ ਦੇ ਇਲਾਜ ਦੀ ਪਰਖ ਕਰਨ ਲਈ ਇੱਕ ਆਯੋਗ ਦਾ ਗਠਨ ਕੀਤਾ। ਇਸ ਆਯੋਗ ਵਿੱਚ ਮਸ਼ਹੂਰ ਚਿਕਿਤਸਕ ਅਤੇ ਅਕੈਡਮੀ ਆਫ ਸਾਇੰਸ ਦੇ ਮੈਂਬਰ ਸਨ, ਜਿਨ੍ਹਾਂ ਵਿੱਚ ਬੈਂਜਾਮਿਨ ਫਰੈਂਕਲਿਨ ਵੀ ਸ਼ਾਮਲ ਸਨ। ਬੜੀ ਡੂੰਘੀ ਜਾਂਚ ਪੜਤਾਲ ਤੋਂ ਬਾਅਦ ਆਯੋਗ ਨੇ ਸਵੀਕਾਰ ਕੀਤਾ ਕਿ ਮੈਸਮਰ ਨੇ ਬਿਮਾਰਾਂ ਨੂੰ ਸੱਚਮੁੱਚ ਠੀਕ ਕੀਤਾ ਸੀ। ਹਾਲਾਂਕਿ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਚੁੰਬਕੀ ਦਰਵ ਸਿਧਾਂਤ ਨੂੰ ਸਹੀ ਸਾਬਤ ਕਰਨ ਵਾਲਾ ਇੱਕ ਵੀ ਸਬੂਤ ਨਹੀਂ ਸੀ। ਇਹ ਅਨੁਮਾਨ ਲਾਇਆ ਗਿਆ ਸੀ ਇਲਾਜ ਮਰੀਜ਼ਾਂ ਦੀ ਕਲਪਨਾ ਦੀ ਕਾਰਨ ਨਾਲ ਹੋਇਆ ਸੀ। ਇਸ ਤੋਂ ਠੀਕ ਬਾਅਦ ਮੈਸਮਰ ਨੂੰ ਜਲਾਵਤਨ ਕਰ ਦਿੱਤਾ ਗਿਆ। 1815 ਵਿੱਚ ਉਹਨਾਂ ਦੀ ਮ੍ਰਿਤੂ ਹੋ ਗਈ। ਇਸ ਤੋਂ ਕੁਝ ਸਮਾਂ ਬਾਅਦ ਇੰਗਲੈਂਡ ਵਿੱਚ ਮਨਚੈਸਟਰ ਦੇ ਡਾਕਟਰ ਜੇਮਸ ਬ੍ਰੈਂਡ ਨੇ ਇਹ ਸਾਬਤ ਕਰਨ ਦਾ ਬੀੜਾ ਚੁੱਕਿਆ ਕਿ ਚੁੰਬਕੀ ਦਰਵ ਦਾ ਡਾਕਟਰ ਮੈਸਮਰ ਦੇ ਉਪਚਾਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਡਾਕਟਰ ਬ੍ਰੈਂਡ ਨੇ ਪਾਇਆ ਕਿ ਰੋਗੀ ਨੂੰ ਸੁਝਾਅ ਦੇ ਕੇ ਸਮੂਹਤ ਤੰਤਰਾਂ ਜਾਂ ਨਿੰਦਰ ਵਿੱਚ ਭੇਜਿਆ ਜਾ ਸਕਦਾ ਹੈ। ਰੋਗੀਆਂ ਦੇ ਸਮੂਹਤ ਤੰਤਰਾਂ ਵਿੱਚ ਰਹਿੰਦੇ ਸਮੇਂ ਉਹ ਕਈ ਅਦਭੁਤ ਨਤੀਜੇ ਉਤਪੰਨ ਕਰਨ ਵਿੱਚ ਸਫਲ ਹੋਏ, ਜਿਨ੍ਹਾਂ ਦਾ ਸਿਹਰਾ ਮੈਸਮਰ ਨੇ ਪ੍ਰਾਣੀ ਚੁੰਬਕਤਾ ਨੂੰ ਦਿੱਤਾ ਸੀ। ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਉਪਚਾਰ ਬੇਸ਼ੱਕ ਰੋਗੀਆਂ ਦੀ ਸਰਗਰਮ ਕਲਪਨਾ ਅਤੇ ਅਵਚੇਤਨ ਮਨ ਨੂੰ ਦਿੱਤੇ ਗਏ ਸਿਹਤ ਦੇ ਸਦੀਵੀ ਸੁਝਾਵਾਂ ਰਾਹੀਂ ਸੰਭਵ ਹੋਏ ਸਨ। ਇਸ ਨੂੰ ਅੰਨੀ ਆਸਾ ਕਹਿਣਾ ਅਨੁਚਿਤ ਨਹੀਂ ਹੋਵੇਗਾ, ਕਿਉਂਕਿ ਨਾ ਤਾਂ ਮਰੀਜ਼ ਨਾ ਹੀ ਉਪਚਾਰਕ ਨੂੰ ਇਹ ਸਮਝ ਸੀ ਕਿ ਇਹ ਉਪਚਾਰ ਕਿਵੇਂ ਹੋਏ। ਕਲਪਨਾਵਾਦੀ ਆਸਥਾ ਅਤੇ ਇਸ ਦਾ ਅਰਥ। ਕਿਸੇ ਵਿਅਕਤੀ ਦਾ ਕਲਪਨਾਵਾਦੀ ਅਵਚੇਤਨ ਮਨ ਉਸ ਦੇ ਚੇਤਨ ਜਾਂ ਯਥਾਰਥਵਾਦੀ ਮਨ ਦੇ ਨਿਯੰਤਰਣ ਵਿੱਚ ਅਧੀਨ ਰਹਿੰਦਾ ਹੈ। ਇਹ ਦੂਜਿਆਂ ਦੇ ਸੁਝਾਵਾਂ ਪ੍ਰਤੀ ਵੀ ਅਤ ਸੰਵੇਦਨਸ਼ੀਲ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜਿਹੜਾ ਵੀ ਤੁਹਾਡਾ ਯਥਾਰਥਵਾਦੀ ਵਿਸ਼ਵਾਸ ਹੈ, ਜੇਕਰ ਤੁਸੀਂ ਉਸ ਵਿੱਚ ਕਿਰਿਆਸ਼ੀਲਤਾ ਜਾਂ
ਕਿਰਿਆਤਾ ਨਾਲ ਆਸਥਾ ਰੱਖੋਗੇ ਤਾਂ ਤੁਹਾਡਾ ਅਵਚੇਤਨ ਮਨ ਉਸ ਸੁਝਾਅ ਰਾਹੀਂ ਨਿਯੰਤਰਿਤ ਹੋਵੇਗਾ ਤੇ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ। ਮਾਨਸਿਕ ਉਪਚਾਰਾਂ ਲਈ ਖਾਲਸ ਕਲਪਨਾਵਾਦੀ ਆਸਥਾ ਦੀ ਲੋੜ ਹੁੰਦੀ ਹੈ। ਇਸ ਨੂੰ ਹਾਸਲ ਕਰਨ ਦਾ ਤਰੀਕਾ ਯਥਾਰਥਵਾਦੀ ਜਾਂ ਚੇਤਨ ਮਨ ਦੇ ਸਰਗਰਮ ਵਿਰੋਧ ਦਾ ਅੰਤ ਕਰਨਾ ਹੈ। ਜ਼ਾਹਰ ਹੈ, ਸਰੀਰ ਦੇ ਪ੍ਰਭਾਵੀ ਉਪਚਾਰ ਲਈ ਸਭ ਤੋਂ ਚੰਗਾ ਤਾਂ ਇਹ ਰਹੇਗਾ ਕਿ ਚੇਤਨ ਅਤੇ ਅਵਚੇਤਨ ਦੋਵੇਂ ਹੀ ਮਨ ਆਸਥਾ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਦੀ ਅਵਸਥਾ 'ਚ ਹੋਣ। ਬਹਰਹਾਲ ਇਹ ਹਮੇਸ਼ਾ ਲੋੜੀਂਦਾ ਨਹੀਂ ਹੁੰਦਾ। ਤੁਸੀਂ ਆਪਣੇ ਮਨ ਅਤੇ ਸਰੀਰ ਨੂੰ ਸ਼ਿਥਲ ਕਰਕੇ ਨੀਂਦਰ ਦੀ ਅਵਸਥਾ ਵਿੱਚ ਪਹੁੰਚ ਸਕਦੇ ਹੋ। ਵਿਰੋਧਾਤਮਕ ਅਤੇ ਗ੍ਰਹਿਣਸ਼ੀਲਤਾ ਦੀ ਸਥਿਤੀ ਵਿੱਚ ਦਾਖਲ ਹੋ ਸਕਦੇ ਹੋ। ਇਸ ਊਂਘ ਦੀ ਅਵਸਥਾ ਵਿੱਚ ਤੁਹਾਡੀ ਨਿਸ਼ਕ੍ਰਿਯਤਾ ਕਲਪਨਾਵਾਦੀ ਛਾਪ ਦੇ ਪ੍ਰਤੀ ਗ੍ਰਹਿਣਸ਼ੀਲ ਬਣ ਜਾਂਦੀ ਹੈ। ਇੱਕ ਵਿਅਕਤੀ ਨੇ ਮੈਨੂੰ ਇੱਕ ਵਾਰੀ ਪੁੱਛਿਆ, ਇੰਜ ਕਿਵੇਂ ਹੋ ਗਿਆ ਕਿ ਉਸ ਪਾਦਰੀ ਨੇ ਮੈਨੂੰ ਠੀਕ ਕਰ ਦਿੱਤਾ? ਜਦੋਂ ਉਸ ਮੈਨੂੰ ਦੱਸਿਆ ਕਿ ਰੋਗ ਵਰਗੀ ਕੋਈ ਵੀ ਚੀਜ਼ ਨਹੀਂ ਹੁੰਦੀ ਅਤੇ ਇਸ ਦਾ ਕੋਈ ਅਸਤਿਤਵ ਨਹੀਂ ਹੁੰਦਾ, ਤਾਂ ਮੈਂ ਉਸਦੇ ਕਿਸੇ ਇੱਕ ਵੀ ਸ਼ਬਦ 'ਤੇ ਭਰੋਸਾ ਨਹੀਂ ਕੀਤਾ। ਮੈਨੂੰ ਲੱਗਿਆ ਕਿ ਉਹ ਮੇਰੀ ਬੁੱਧੀ ਦਾ ਅਪਮਾਨ ਕਰ ਰਿਹਾ ਹੈ, ਲੇਕਿਨ ਇਸ ਦੇ ਬਾਵਜੂਦ ਮੈਂ ਠੀਕ ਹੋ ਗਿਆ। ਇੰਜ ਕਿਵੇਂ ਹੋ ਸਕਦਾ ਹੈ? ਜਿਵੇਂ ਮੈਂ ਇਸ ਵਿਅਕਤੀ ਨੂੰ ਦੱਸਿਆ, ਇਸ ਦਾ ਸਪਸ਼ਟੀਕਰਨ ਸੌਖਾ ਹੈ। ਉਹ ਪਾਦਰੀ ਦੇ ਸ਼ਾਂਤੀਦਾਇਕ ਸ਼ਬਦਾਂ ਨਾਲ ਸ਼ਾਂਤ ਹੋ ਗਿਆ। ਫਿਰ ਪਾਦਰੀ ਨੇ ਉਸ ਨੂੰ ਕੁਝ ਸਮੇਂ ਲਈ ਪੂਰਨਤਾ ਨਿਸ਼ਕ੍ਰਿਆ ਅਵਸਥਾ ਵਿੱਚ ਜਾਣ, ਕੁਝ ਨਾ ਬੋਲਣ ਜਾਂ ਸੋਚਣ ਦੀ ਸਲਾਹ ਦਿੱਤੀ। ਪਾਦਰੀ ਵੀ ਨਿਸ਼ਕ੍ਰਿਆ ਬਣ ਗਿਆ। ਉਸ ਨੇ ਅੱਧੇ ਘੰਟੇ ਤੱਕ ਸ਼ਾਂਤੀ ਨਾਲ, ਹੌਲੀ-ਹੌਲੀ ਤੇ ਦ੍ਰਿੜਤਾ ਨਾਲ ਲਗਾਤਾਰ ਕਿਹਾ ਕਿ ਇਸ ਵਿਅਕਤੀ ਨੂੰ ਸੰਪੂਰਨ ਸ਼ਾਂਤੀ, ਸਿਹਤ, ਇਕਸੁਰਤਾ ਅਤੇ ਪੂਰਨਤਾ ਮਿਲ ਜਾਵੇ। ਅੱਧੇ ਘੰਟੇ ਬਾਅਦ ਉਸ ਵਿਅਕਤੀ ਨੂੰ ਅਸੀਮ ਰਾਹਤ ਮਹਿਸੂਸ ਹੋਈ ਅਤੇ ਉਹ ਦੁਬਾਰਾ ਸਿਹਤਮੰਦ ਹੋ ਗਏ। ਇਹ ਦੇਖਣਾ ਕਿੰਨਾ ਸੌਖਾ ਹੈ ਕਿ ਉਪਚਾਰ ਵੇਲੇ ਨਿਸ਼ਕ੍ਰਿਯਤਾ ਦੇ ਕਾਰਨ ਉਸ ਦੀ ਕਲਪਨਾਵਾਦੀ ਆਸਥਾ ਪ੍ਰਗਟ ਹੋ ਗਈ ਸੀ ਅਤੇ ਪਾਦਰੀ ਰਾਹੀਂ ਦਿੱਤੇ ਗਏ ਸੰਪੂਰਨ ਸਿਹਤ ਦੇ ਸੁਝਾਅ ਉਸ ਦੇ ਅਵਚੇਤਨ ਮਨ ਤੱਕ ਪਹੁੰਚ ਗਏ ਸਨ। ਦੋਵੇਂ ਕਲਪਨਾਵਾਦੀ ਮਨ ਤਾਲਮੇਲ ਵਿੱਚ ਸਨ। ਜੇਕਰ ਇਸ ਵਿਅਕਤੀ ਨੇ ਉਪਚਾਰਕ ਦੀ ਸ਼ਕਤੀ ਅਤੇ ਉਸ ਦੇ ਸਿਧਾਂਤ ਦੇ ਸਹੀ ਹੋਣ ਬਾਰੇ ਆਪਣੀ ਸ਼ੰਕਾਵਾਂ ਨੂੰ ਉਸ ਵੇਲੇ ਉੱਭਰਨ ਦਿੱਤਾ ਹੁੰਦਾ, ਤਾਂ ਇਹ ਵਿਰੋਧੀ ਆਤਮ ਸੁਝਾਅ ਦੇ ਤੌਰ 'ਤੇ ਕੰਮ ਕਰਦਾ। ਉਸ ਸਥਿਤੀ ਵਿੱਚ ਪਾਦਰੀ ਦੇ ਸੁਝਾਅ ਬਹੁਤ ਘੱਟ ਅਸਰ ਦਿਖਲਾਉਂਦੇ ਜਾਂ ਬਿਲਕੁਲ ਅਸਫਲ ਹੋ ਜਾਂਦੇ। ਬਹਰਹਾਲ ਉਸ ਦੇ ਨਿਸ਼ਕ੍ਰਿਆ ਅਵਸਥਾ ਵਿੱਚ ਚੇਤਨ ਮਨ ਦਾ ਵਿਰੋਧ ਘੱਟੋ ਘੱਟ ਹੋ ਗਿਆ ਸੀ। ਰੋਗੀ ਦਾ ਅਵਚੇਤਨ ਮਨ ਪਾਦਰੀ ਦੇ ਸੁਝਾਵਾਂ ਪ੍ਰਤੀ ਗ੍ਰਹਿਣਸ਼ੀਲ ਸੀ। ਇਸ ਨੇ ਉਹਨਾਂ ਸੁਝਾਵਾਂ ਦੇ ਅਨੁਰੂਪ ਕਾਰਜ ਕੀਤਾ ਅਤੇ ਉਪਚਾਰ ਹੋ ਗਿਆ। ਗੈਰ ਹਾਜ਼ਰ ਇਲਾਜ ਦਾ ਅਰਥ। ਮੰਨ ਲਓ ਤੁਸੀਂ ਲਾਸ ਐਂਜਲਸ ਵਿੱਚ ਰਹਿੰਦੇ ਹੋ ਅਤੇ ਤੁਹਾਨੂੰ ਇਹ ਖਬਰ ਮਿਲਦੀ ਹੈ ਕਿ ਤੁਹਾਡੀ ਮਾਂ ਨਿਊਯਾਰਕ ਸਿਟੀ ਵਿੱਚ ਬਹੁਤ ਬਿਮਾਰ ਹਨ। ਤੁਹਾਡੀ ਪਹਿਲੀ ਇੱਛਾ ਤਾਂ ਇਹ ਹੁੰਦੀ ਹੈ ਕਿ ਤੁਸੀਂ ਆਪਣਾ ਘਰ ਪਰਿਵਾਰ ਅਤੇ ਨੌਕਰੀ ਛੱਡ ਕੇ ਉਹਨਾਂ ਦੇ ਕੋਲ ਪੁੱਜ ਜਾਓ। ਲੇਕਿਨ ਜੇਕਰ ਇਹ ਸੰਭਵ ਨਾ ਹੋਵੇ ਤਾਂ ਕੀ ਤੁਸੀਂ ਆਪਣੀ ਮਾਂ ਦੇ ਠੀਕ ਹੋਣ ਦੀ ਪ੍ਰਕਿਰਿਆ ਵਿੱਚ ਆਪਣੀ ਆਸਥਾ ਦੀ ਸ਼ਕਤੀ ਦਾ ਪ੍ਰਯੋਗ ਨਹੀਂ ਕਰ ਪਾਓਗੇ? ਇੰਜ ਨਹੀਂ ਹੈ। ਭਲੇ ਹੀ ਤੁਸੀਂ ਸਰੀਰਕ ਤੌਰ 'ਤੇ ਮੌਜੂਦ ਨਾ ਹੋਵੋ, ਲੇਕਿਨ ਤੁਹਾਡੀ ਪ੍ਰਾਰਥਨਾ ਉਹਨਾਂ ਤੱਕ ਜ਼ਰੂਰ ਪਹੁੰਚ ਸਕਦੀਆਂ ਹਨ। ਰੱਬ ਸਾਰਿਆਂ ਦੇ ਅੰਦਰ ਰਹਿੰਦੇ ਹਨ। ਰਚਨਾਤਮਕ ਮਸਤਿਸ਼ਕ ਇੱਕੋ ਹੀ ਹੈ। ਮਸਤਿਸ਼ਕ ਦਾ ਰਚਨਾਤਮਕ ਨਿਯਮ ਤੁਹਾਨੂੰ ਫਾਇਦਾ ਪਹੁੰਚਾਉਂਦਾ ਹੈ। ਤੁਹਾਨੂੰ ਤਾਂ ਬਸ ਆਪਣੇ ਮਨ ਵਿੱਚ ਸਿਹਤ ਅਤੇ ਇਕਸੁਰਤਾ ਵਾਲਾ ਆਂਤਰਿਕ ਅਹਿਸਾਸ ਭਰਨਾ ਹੈ। ਇਸ ਦੀ ਪ੍ਰਕਿਰਿਆ ਆਪੇ ਹੁੰਦੀ ਹੈ। ਤੁਹਾਡੇ ਅਵਚੇਤਨ ਮਨ ਦਾ ਇਹ ਆਂਤਰਿਕ ਅਹਿਸਾਸ ਤੁਹਾਡੀ ਮਾਂ ਦੇ ਅਵਚੇਤਨ ਮਨ 'ਤੇ ਕੰਮ ਕਰਦਾ ਹੈ। ਸਿਹਤ, ਚੁਸਤੀ ਤੇ ਪੂਰਨਤਾ ਦੇ ਤੁਹਾਡੇ ਵਿਚਾਰ ਇੱਕੋ ਹੀ ਸਦੀਵੀ ਕਲਪਨਾਵਾਦੀ ਮਨ ਵਿੱਚ ਕੰਮ ਕਰਦੇ ਹਨ। ਉਹ ਜੀਵਨ ਦੇ ਕਲਪਨਾਵਾਦੀ ਪਹਿਲੂ ਦੇ ਨਿਯਮ ਨੂੰ ਗਤੀਮਾਨ ਕਰ ਦਿੰਦੇ ਹਨ, ਜਿਹੜੇ ਉਹਨਾਂ ਦੇ ਸਰੀਰ ਵਿੱਚ ਵਿਚਾਰ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਮਸਤਿਸ਼ਕ ਸਿਧਾਂਤ ਵਿੱਚ ਸਮਾਂ ਜਾਂ ਸਥਾਨ ਦਾ ਕੋਈ ਮਹੱਤਵ ਨਹੀਂ ਹੁੰਦਾ। ਉਹੀ ਮਸਤਿਸ਼ਕ ਤੁਹਾਡੀ ਮਾਂ ਅਤੇ ਤੁਹਾਡੇ ਵਿੱਚ ਕੰਮ ਕਰਦਾ ਹੈ, ਭਾਵੇਂ ਤੁਸੀਂ ਕਿਤੇ ਵੀ ਰਹੋ। ਅਸਲ ਵਿੱਚ ਕੋਈ ਵੀ ਗੈਰ ਹਾਜ਼ਰ ਇਲਾਜ ਨਹੀਂ ਹੁੰਦਾ ਜਿਹੜਾ ਹਾਜ਼ਰ ਇਲਾਜ ਦਾ ਵਿਰੋਧੀ ਹੋਵੇ, ਕਿਉਂਕਿ ਸਦੀਵੀ ਮਸਤਿਸ਼ਕ ਹਰ ਥਾਂ ਹੈ। ਤੁਸੀਂ ਵਿਚਾਰ ਭੇਜਣ ਜਾਂ ਫੜਨ ਦੀ ਕੋਸ਼ਿਸ਼ ਨਹੀਂ ਕਰਦੇ। ਤੁਹਾਡਾ ਇਲਾਜ ਵਿਚਾਰ ਦੀ ਚੇਤਨ ਗਤੀ ਹੈ।
ਜਦੋਂ ਤੁਸੀਂ ਸਿਹਤ ਕਲਿਆਣ ਅਤੇ ਆਰਾਮ ਦੀਆਂ ਨਿਸ਼ਾਨੀਆਂ ਦੇ ਪ੍ਰਤੀ ਸੋਝੀਵਾਨ ਹੋ ਜਾਂਦੇ ਹੋ ਤਾਂ ਇਹ ਨਿਸ਼ਾਨੀਆਂ ਤੁਹਾਡੀ ਮਾਂ ਵਿੱਚ ਪ੍ਰਗਟ ਹੋਣਗੀਆਂ। ਉਸ ਤੋਂ ਬਾਅਦ ਨਤੀਜਾ ਜ਼ਰੂਰ ਮਿਲੇਗਾ। ਇੱਥੇ ਅਸਲ ਜ਼ਿੰਦਗੀ ਦਾ ਇੱਕ ਉਦਾਹਰਨ ਦਿੱਤਾ ਜਾ ਰਿਹਾ ਹੈ ਜਿਸ ਨੂੰ ਗਲਤੀ ਨਾਲ ਗੈਰ ਹਾਜ਼ਰ ਇਲਾਜ ਮੰਨ ਲਿਆ ਗਿਆ। ਲਾਸ ਏਂਜਲਸ ਦੀ ਇੱਕ ਔਰਤ ਨੂੰ ਪਤਾ ਚੱਲਿਆ ਕਿ ਨਿਊਯਾਰਕ ਵਿੱਚ ਰਹਿਣ ਵਾਲੀ ਉਸ ਦੀ ਮਾਂ ਨੂੰ ਕੋਰੋਨਰੀ ਥ੍ਰੋਮਬੋਸਿਸ ਹੋ ਗਿਆ ਹੈ। ਉਹ ਆਪਣੀ ਮਾਂ ਦੇ ਕੋਲ ਨਹੀਂ ਸੀ ਜਾ ਸਕਦੀ, ਇਸ ਲਈ ਉਸਨੇ ਇਹ ਪ੍ਰਾਰਥਨਾ ਕੀਤੀ, ਉਪਚਾਰਕ ਸ਼ਕਤੀ ਮੇਰੀ ਮਾਂ ਦੇ ਕੋਲ ਹੈ। ਉਹਨਾਂ ਦੇ ਸਰੀਰ ਦੀ ਸਥਿਤੀ ਉਹਨਾਂ ਦੇ ਵਿਚਾਰ ਜੀਵਨ ਦਾ ਉਂਝ ਦਾ ਪਰਛਾਵਾਂ ਹੈ ਜਿਸ ਤਰ੍ਹਾਂ ਪਰਛਾਵੇਂ ਪਰਦੇ 'ਤੇ ਪੈਂਦੇ ਹਨ। ਮੈਂ ਜਾਣਦੀ ਹਾਂ ਕਿ ਉਸ ਪਰਦੇ ਦੀਆਂ ਤਸਵੀਰਾਂ ਨੂੰ ਬਦਲਣ ਲਈ ਮੈਨੂੰ ਹੋਰ ਚੀਜ਼ਾਂ ਨੂੰ ਬਦਲਣਾ ਹੋਵੇਗਾ ਜਿਨ੍ਹਾਂ ਦਾ ਉਹ ਪਰਛਾਵੇਂ ਦਿਖਾਉਂਦੀਆਂ ਹਨ। ਮੈਂ ਹੁਣ ਆਪਣੇ ਮਸਤਿਸ਼ਕ ਵਿੱਚ ਆਪਣੀ ਮਾਂ ਲਈ ਪੂਰਨਤਾ, ਇਕਸੁਰਤਾ ਵਾਲੀ ਸੰਪੂਰਨ ਸਿਹਤ ਦੀ ਤਸਵੀਰ ਬਣਾ ਰਹੀ ਹੈ। ਜਿਸ ਅਸੀਮ ਉਪਚਾਰਕ ਸ਼ਕਤੀ ਨੇ ਮੇਰੀ ਮਾਂ ਦਾ ਸਰੀਰ ਅਤੇ ਉਹਨਾਂ ਦੇ ਸਾਰੇ ਅੰਗ ਬਣਾਏ ਹਨ, ਉਹ ਉਹਨਾਂ ਦੇ ਅਸਤਿਤਵ ਦੇ ਹਰ ਪਰਮਾਣੂ ਵਿੱਚ ਭਰ ਰਿਹਾ ਹੈ ਅਤੇ ਉਹਨਾਂ ਦੇ ਸਰੀਰ ਦੀ ਹਰ ਕੋਸ਼ਿਕਾ ਤੋਂ ਸ਼ਾਂਤੀ ਦੀ ਧਾਰਾ ਪ੍ਰਵਾਹਿਤ ਹੋ ਰਹੀ ਹੈ। ਡਾਕਟਰਾਂ ਨੂੰ ਦੈਵੀ ਮਾਰਗਦਰਸ਼ਨ ਮਿਲ ਰਿਹਾ ਹੈ। ਜਿਹੜਾ ਵੀ ਮੇਰੀ ਮਾਂ ਨੂੰ ਛੂਹ ਰਿਹਾ ਹੈ ਉਸ ਨੂੰ ਸਹੀ ਕੰਮ ਕਰਨ ਦਾ ਮਾਰਗਦਰਸ਼ਨ ਮਿਲ ਰਿਹਾ ਹੈ। ਮੈਂ ਜਾਣਦੀ ਹਾਂ ਕਿ ਰੋਗ ਅੰਤਮ ਸੱਚ ਨਹੀਂ ਹੈ। ਜੇਕਰ ਇੰਜ ਹੁੰਦਾ ਤਾਂ ਕਿਸੇ ਦਾ ਉਪਚਾਰ ਨਹੀਂ ਹੋ ਪਾਉਂਦਾ। ਮੈਂ ਪ੍ਰੇਮ ਅਤੇ ਜੀਵਨ ਦੇ ਅਸੀਮ ਸਿਧਾਂਤ ਦੀ ਸਮਰਥਕ ਹਾਂ। ਮੈਂ ਜਾਣਦੀ ਹਾਂ, ਇਹ ਆਦੇਸ਼ ਦਿੰਦੀ ਹਾਂ ਕਿ ਮੇਰੀ ਮਾਂ ਦੇ ਸਰੀਰ ਵਿੱਚ ਇਕਸੁਰਤਾ, ਸਿਹਤ ਅਤੇ ਸ਼ਾਂਤੀ ਵਿਅਕਤ ਹੋ ਰਹੀ ਹੈ। ਉਸ ਨੇ ਇੱਕ ਦਿਨ ਵਿੱਚ ਕਈ ਵਾਰ ਇਹ ਪ੍ਰਾਰਥਨਾ ਦੁਹਰਾਈ। ਕੁਝ ਦਿਨਾਂ ਬਾਅਦ ਉਸ ਦੀ ਮਾਂ ਦੀ ਹਾਲਤ ਵਿੱਚ ਉਹਨਾਂ ਦਾ ਹਿਰਦੇ ਰੋਗ ਚਿਕਿਤਸਕ ਹੈਰਾਨ ਸੀ ਤੇ ਉਸ ਨੇ ਈਸ਼ਵਰ ਵਿੱਚ ਪ੍ਰਬਲ ਆਸਥਾ ਲਈ ਉਹਨਾਂ ਨੂੰ ਵਧਾਈ ਦਿੱਤੀ। ਧੀ ਦੇ ਮਸਤਿਸ਼ਕ ਦੀ ਪੂਰਨ ਆਸਥਾ ਨਾਲ ਸਵੀਕਾਰ ਕੀਤੇ ਗਏ ਨਤੀਜਿਆਂ ਨੇ ਸਦੀਵੀ ਅਵਚੇਤਨ ਮਨ ਵਿੱਚ ਵਿਆਪਤ ਰਚਨਾਤਮਕ ਊਰਜਾ ਨੂੰ ਸਰਗਰਮ ਕਰ ਦਿੱਤਾ। ਇਹ ਉਸ ਦੀ ਮਾਂ ਦੇ ਸਰੀਰ ਵਿੱਚ ਸੰਪੂਰਨ ਸਿਹਤ ਅਤੇ ਇਕਸੁਰਤਾ ਦੇ ਤੌਰ 'ਤੇ ਪ੍ਰਗਟ ਹੋਈ। ਧੀ ਨੇ ਆਪਣੀ ਮਾਂ ਦੇ ਬਾਰੇ ਵਿੱਚ ਜਿਹੜਾ ਕੁਝ ਸੋਚਿਆ ਉਹ ਉਸ ਦੀ ਮਾਂ ਦੇ ਅਨੁਭਵਾਂ ਵਿੱਚ ਅਭਿਵਿਅਕਤ ਹੋਇਆ। ਅਵਚੇਤਨ ਮਨ ਦੇ ਗਤੀਸ਼ੀਲ ਕਰਮ ਨੂੰ ਸਰਗਰਮ ਕਰਨਾ। ਮੇਰੀ ਇੱਕ ਮਨੋਵਿਗਿਆਨੀ ਮਿੱਤਰ ਨੇ ਮੈਨੂੰ ਦੱਸਿਆ ਕਿ ਇੱਕ ਮਹੱਤਵਪੂਰਨ ਅੰਗ ਦੀ ਬਾਇਓਪਸੀ ਵਿੱਚ ਕੈਂਸਰ ਦੀਆਂ ਕੋਸ਼ਿਕਾਵਾਂ ਮਿਲੀਆਂ। ਡਾਕਟਰ ਨੇ ਪੀੜਾਦਾਇਕ ਅਤੇ ਖਤਰਨਾਕ ਉਪਚਾਰ ਦਾ ਸੁਝਾਅ ਦਿੱਤਾ। ਇਸ ਲਈ ਹਾਂ ਕਰਨ ਤੋਂ ਪਹਿਲਾਂ ਮੇਰੀ ਮਿੱਤਰ ਨੇ ਇੱਕ ਹੋਰ ਤਕਨੀਕ ਅਜ਼ਮਾਈ। ਹਰ ਰਾਤ ਸੌਣ ਤੋਂ ਪਹਿਲਾਂ ਉਹ ਸ਼ਾਂਤੀ ਨਾਲ ਇਹ ਵਿਸ਼ਵਾਸ ਜਤਾਉਂਦੀ ਸੀ, ਹਰ ਕੋਸ਼ਿਕਾ, ਨਾੜ, ਤੰਤਰਿਕਾ ਤੇ ਅੰਗ ਹੁਣ ਪੂਰਨ, ਨਿਰੋਲ ਅਤੇ ਆਦਰਸ਼ ਬਣ ਰਹੇ ਹਨ। ਮੇਰੇ ਪੂਰੇ ਸਰੀਰ ਵਿੱਚ ਸਿਹਤ ਅਤੇ ਇਕਸੁਰਤਾ ਦੁਬਾਰਾ ਮੁੜ ਰਹੀਆਂ ਹਨ। ਤਕਰੀਬਨ 1 ਮਹੀਨੇ ਵਿੱਚ ਪੂਰਨ ਉਪਚਾਰ ਹੋ ਗਿਆ। ਬਾਅਦ ਦੀਆਂ ਜਾਂਚਾਂ ਤੋਂ ਪਤਾ ਚੱਲਿਆ ਕਿ ਕੈਂਸਰ ਦੀਆਂ ਕੋਸ਼ਿਕਾਵਾਂ ਹੁਣ ਨਹੀਂ ਬਚੀਆਂ ਸਨ। ਮੈਂ ਇਸ ਨਾਲ ਬੜਾ ਪ੍ਰਭਾਵਿਤ ਹੋਇਆ, ਲੇਕਿਨ ਮੇਰੀ ਜਿਗਿਆਸਾ ਵੱਧ ਗਈ। ਮੈਂ ਉਸ ਨੂੰ ਪੁੱਛਿਆ ਕਿ ਉਹ ਸੌਣ ਤੋਂ ਪਹਿਲਾਂ ਆਪਣੇ ਨਿਸ਼ਚੇ ਕਿਉਂ ਦੁਹਰਾਉਂਦੀ ਸੀ। ਉਸ ਨੇ ਦੱਸਿਆ, ਇੱਕ ਵਾਰ ਕਿਸੇ ਦਿਸ਼ਾ ਵਿੱਚ ਸਰਗਰਮ ਹੋਣ 'ਤੇ ਅਵਚੇਤਨ ਮਨ ਦਾ ਕੰਮ ਨੀਂਦਰ ਦੌਰਾਨ ਵੀ ਚੱਲਦਾ ਰਹਿੰਦਾ ਹੈ। ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਸੌਣ ਤੋਂ ਪਹਿਲਾਂ ਅਵਚੇਤਨ ਮਨ ਨੂੰ ਕੋਈ ਲਾਹੇਵੰਦ ਕੰਮ ਸੌਂਪ ਦਿਓ। ਇਹ ਬੜਾ ਸਿਆਣਪ ਭਰਿਆ ਜਵਾਬ ਸੀ। ਇਹ ਵੀ ਧਿਆਨ ਦਿਓ ਕਿ ਇਕਸੁਰਤਾ ਅਤੇ ਪੂਰਨ ਸਿਹਤ ਦੇ ਬਾਰੇ ਵਿੱਚ ਸੋਚਦਿਆਂ ਉਸ ਨੇ ਇੱਕ ਵਾਰ ਵੀ ਆਪਣੀ ਬਿਮਾਰੀ ਦਾ ਨਾਮ ਨਹੀਂ ਲਿਆ। ਮੈਂ ਪ੍ਰਬਲਤਾ ਨਾਲ ਸੁਝਾਅ ਦਿੱਤਾ ਕਿ ਤੁਸੀਂ ਆਪਣੀ ਬਿਮਾਰੀਆਂ ਬਾਰੇ ਬੋਲਣਾ ਬੰਦ ਕਰ ਦਿਓ ਜਾਂ ਉਹਨਾਂ ਦਾ ਨਾਂ ਨਾ ਲਓ, ਖਾਸ ਤੌਰ 'ਤੇ ਸੌਣ ਤੋਂ ਠੀਕ ਪਹਿਲੇ 2 ਘੰਟਿਆਂ 'ਚ। ਉਹਨਾਂ ਨੂੰ ਜਿਸ ਇਕਲੌਤੇ ਸਰੋਤ ਤੋਂ ਜੀਵਨ ਮਿਲਦਾ ਹੈ ਉਹ ਹੈ ਤੁਹਾਡਾ ਧਿਆਨ ਅਤੇ ਡਰ। ਉੱਪਰ ਜਿਸ ਮਨੋਵਿਗਿਆਨੀ ਦਾ ਜ਼ਿਕਰ ਕੀਤਾ ਹੈ ਉਸ ਦੇ ਵਾਂਗ ਮਾਨਸਿਕ ਸਰਜਨ ਬਣੋ, ਫਿਰ ਤੁਹਾਡੀ ਮੁਸ਼ਕਲ ਵੀ ਉਸੇ ਤਰ੍ਹਾਂ ਦੂਰ ਹੋ ਜਾਵੇਗੀ ਜਿਵੇਂ ਨਿਰਜੀਵ ਸ਼ਾਖਾਵਾਂ ਕਿਸੇ ਦਰਖਤ ਤੋਂ ਟੁੱਟ ਜਾਂਦੀਆਂ ਹਨ। ਇਸ ਦੇ ਵਿਪਰੀਤ, ਜੇਕਰ ਤੁਸੀਂ ਲਗਾਤਾਰ ਆਪਣੇ ਦਰਦ ਅਤੇ ਲੱਖਣਾਂ ਦੀ ਰੱਟ ਲਾਉਂਦੇ ਰਹਿੰਦੇ ਹੋ ਅਤੇ ਉਹਨਾਂ ਬਾਰੇ ਗੱਲ ਕਰਦੇ ਹਾਂ ਤਾਂ ਤੁਸੀਂ ਉਹਨਾਂ ਦੀ ਸ਼ਕਤੀ ਵਧਾ ਦਿੰਦੇ ਹੋ। ਤੁਸੀਂ ਉਸ ਗਤੀਸ਼ੀਲ ਕਰਮ ਨੂੰ ਰੋਕਦੇ ਹੋ ਜਿਹੜਾ ਤੁਹਾਡੇ ਅਵਚੇਤਨ ਮਨ ਦੀ ਉਪਚਾਰਕ ਸ਼ਕਤੀ ਅਤੇ ਊਰਜਾ ਨੂੰ ਸਰਗਰਮ ਕਰਦਾ ਹੈ
ਇਹੀ ਨਹੀਂ, ਤੁਹਾਡੇ ਹੀ ਮਸਤਿਸ਼ਕ ਦੇ ਨਿਯਮ ਰਾਹੀਂ ਇਹ ਕਲਪਨਾਵਾਂ ਆਕਾਰ ਲੈਣ ਲੱਗਦੀ ਹੈ। ਉਹ ਚੀਜ਼ ਹੋ ਗਈ ਜਿਸ ਦਾ ਮੈਨੂੰ ਬੜਾ ਡਰ ਸੀ। ਆਪਣੇ ਮਸਤਿਸ਼ਕ ਨੂੰ ਜੀਵਨ ਦੀ ਮਹਾਨ ਸੱਚਾਈਆਂ ਨਾਲ ਭਰੋ ਅਤੇ ਪ੍ਰੇਮ ਦੀ ਰੌਸ਼ਨੀ ਵੱਲ ਵਧੋ। ਤੁਹਾਡੀ ਸਿਹਤ ਲਈ ਸਮੱਗਰੀ ਦਾ ਸਾਰ। ਨੰਬਰ 1, ਪਤਾ ਕਰੋ ਉਹ ਕਿਹੜੀ ਚੀਜ਼ ਹੈ ਜਿਹੜਾ ਤੁਹਾਡਾ ਉਪਚਾਰ ਕਰਦੀ ਹੈ। ਵਿਸ਼ਵਾਸ ਕਰੋ ਕਿ ਅਵਚੇਤਨ ਮਨ ਨੂੰ ਦਿੱਤੇ ਗਏ ਸਹੀ ਨਿਰਦੇਸ਼ ਤੁਹਾਡੇ ਮਸਤਿਸ਼ਕ ਅਤੇ ਸਰੀਰ ਦਾ ਉਪਚਾਰ ਕਰ ਦੇਣਗੇ। ਨੰਬਰ 2, ਅਵਚੇਤਨ ਮਨ ਨੂੰ ਆਪਣੇ ਸੱਦੇ ਜਾਂ ਇਸ਼ਾਵਾਂ ਦੱਸਣ ਦੀ ਇੱਕ ਨਿਸ਼ਚਿਤ ਯੋਜਨਾ ਬਣਾ ਲਓ। ਨੰਬਰ 3, ਲੋੜੀਂਦੇ ਨਤੀਜੇ ਦੀ ਕਲਪਨਾ ਕਰੋ ਅਤੇ ਇਸ ਦੀ ਵਾਸਤਵਿਕਤਾ ਨੂੰ ਮਹਿਸੂਸ ਕਰੋ। ਇਸ ਨੂੰ ਲਗਾਤਾਰ ਕਰਦੇ ਰਹੋ, ਤੁਹਾਨੂੰ ਨਿਸ਼ਚਿਤ ਤੌਰ 'ਤੇ ਨਤੀਜੇ ਮਿਲਣਗੇ। ਨੰਬਰ 4, ਫੈਸਲਾ ਕਰੋ ਕਿ ਵਿਸ਼ਵਾਸ ਕੀ ਹੈ। ਜਾਣ ਲਓ ਕਿ ਵਿਸ਼ਵਾਸ ਤੁਹਾਡੇ ਮਨ ਦਾ ਇੱਕ ਵਿਚਾਰ ਹੈ ਅਤੇ ਤੁਸੀਂ ਜੋ ਕੁਝ ਸੋਚਦੇ ਹੋ ਤੁਸੀਂ ਉਸ ਦੀ ਹੀ ਰਚਨਾ ਕਰਦੇ ਹੋ। ਨੰਬਰ 5, ਬਿਮਾਰੀ, ਸੱਟ ਜਾਂ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਚੀਜ਼ ਵਿੱਚ ਵਿਸ਼ਵਾਸ ਕਰਨਾ ਮੂਰਖਤਾ ਹੈ। ਸੰਪੂਰਨ ਤੰਦਰੁਸਤੀ, ਸਮਰਿੱਧੀ, ਸ਼ਾਂਤੀ, ਦੌਲਤ ਅਤੇ ਦੈਵੀ ਮਾਰਗ ਦਰਸ਼ਨ ਵਿੱਚ ਵਿਸ਼ਵਾਸ ਕਰੋ। ਨੰਬਰ 6, ਤੁਸੀਂ ਜਿਹੜੇ ਮਹਾਨ ਅਤੇ ਉਦਾਰ ਵਿਚਾਰਾਂ ਬਾਰੇ ਆਦਤਨ ਸੋਚਦੇ ਹਨ ਉਹ ਮਹਾਨ ਕਾਰਜ ਬਣ ਜਾਂਦੇ ਹਨ। ਨੰਬਰ 7, ਆਪਣੇ ਜੀਵਨ ਵਿੱਚ ਪ੍ਰਾਰਥਨਾ ਉਪਚਾਰ ਦੀ ਸ਼ਕਤੀ ਲਾਗੂ ਕਰੋ। ਨਿਸ਼ਚਿਤ ਯੋਜਨਾ, ਵਿਚਾਰ ਜਾਂ ਮਾਨਸਿਕ ਤਸਵੀਰ ਚੁਣ ਲਓ। ਉਸ ਵਿਚਾਰ ਨਾਲ ਮਾਨਸਿਕ ਤੇ ਭਾਵਨਾਤਮਕ ਤਾਲਮੇਲ ਬਣਾਓ। ਜਦੋਂ ਤੁਸੀਂ ਆਪਣੇ ਮਾਨਸਿਕ ਨਜ਼ਰੀਏ ਪ੍ਰਤੀ ਆਸਥਾਵਾਨ ਰਹੋਗੇ ਤਾਂ ਤੁਹਾਡੀ ਪ੍ਰਾਰਥਨਾ ਦਾ ਜਵਾਬ ਮਿਲ ਜਾਵੇਗਾ। ਹਮੇਸ਼ਾ ਯਾਦ ਰੱਖੋ, ਜੇਕਰ ਤੁਸੀਂ ਸੱਚਮੁੱਚ ਉਪਚਾਰ ਦੀ ਸ਼ਕਤੀ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਆਸਥਾ ਦੇ ਜ਼ਰੀਏ ਪਾ ਸਕਦੇ ਹੋ, ਜਿਸ ਦਾ ਮਤਲਬ ਹੈ ਆਪਣੇ ਚੇਤਨ ਤੇ ਅਵਚੇਤਨ ਮਨ ਦੀ ਕਾਰਜਵਿਧੀ ਦਾ ਗਿਆਨ। ਆਸਥਾ ਸਮਝ ਨਾਲ ਆਉਂਦੀ ਹੈ। ਨੰਬਰ 9, ਅੰਨੀ ਆਸਥਾ ਦਾ ਮਤਲਬ ਹੈ ਕਿ ਉਪਚਾਰਕ ਸ਼ਕਤੀਆਂ ਦੀ ਵਿਗਿਆਨਕ ਸਮਝ ਤੋਂ ਬਿਨਾਂ ਹੀ ਸਫਲ ਉਪਚਾਰ ਹੋ ਸਕਦਾ ਹੈ। ਆਪਣੇ ਬਿਮਾਰ ਪਿਆਰਿਆਂ ਲਈ ਪ੍ਰਾਰਥਨਾ ਕਰਨਾ ਸਿੱਖੋ। ਆਪਣੇ ਮਨ ਨੂੰ ਸ਼ਾਂਤ ਕਰ ਲਓ। ਸਿਹਤ, ਫੁਰਤੀ ਅਤੇ ਪੂਰਨਤਾ ਦੇ ਤੁਹਾਡੇ ਵਿਚਾਰ ਸਦੀਵੀ ਕਲਪਨਾਵਾਦੀ ਮਸਤਿਸ਼ਕ ਰਾਹੀਂ ਆਪਣੇ ਪਿਆਰਿਆਂ ਦੇ ਮਸਤਿਸ਼ਕ ਵਿੱਚ ਮਹਿਸੂਸ ਕੀਤੇ ਜਾਣਗੇ ਅਤੇ ਪ੍ਰਗਟ ਹੋਣਗੇ। ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ, ਲੇਖਕ ਡਾਕਟਰ ਜੋਸਫ ਮਰਫੀ। ਤੁਸੀਂ ਸੁਣ ਰਹੇ ਸੀ 5ਵਾਂ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।